ਕੈਪਟਨ ਸਾਹਿਬ ਬੜੇ ਇੱਕ ਦਿੱਗਜ ਲੀਡਰ ਰਹੇ ਹੈ, ਸਿਆਸਤ ਨੂੰ ਉਹਨਾਂ ਦੀ ਬੜੀ ਵੱਡੀ ਦੇਣ ਰਹੀ ਹੈ। ਪਰ ਜੋ ਕਾਂਗਰਸ ਦੌਰਾਨ ਪਿਛਲੇ 5 ਸਾਲਾਂ ਵਿੱਚ ਜੋ ਚੀਜ਼ਾਂ ਹੋਈਆਂ, ਤੁਸੀਂ ਉਹਨਾਂ ਨੂੰ ਕਿਵੇਂ ਦੇਖਦੇ ਹੋ? ਕੈਪਟਨ ਸਾਹਿਬ ਨੇ ਜਦੋਂ ਕਮਾਂਡ ਸਾਹਿਬ ਵੀ ਸੀ ਮੈਨੇ ਉਦੋਂ ਪੈਸਾ ਇੱਕ ਨਹੀਂ ਸੀ ਟ੍ਰੈਜਰੀ ਵਿੱਚ। ਪਤਾ ਨਹੀਂ ਕਿਵੇਂ 4.5 ਸਾਲ ਉਹਨਾਂ ਨੇ ਸਰਕਾਰ ਚਲਾਈ। ਉਹਨਾਂ ਦੇ ਬੜੇ ਖਾਸ ਲੋਕ ਰਹੇ ਹੈ ਤੇ ਉਹੀ ਖਿਲਾਫ ਹੋ ਗਏ ਹੈ ਤੇ ਉਹਨਾਂ ਬਾਰੇ ਬੜੀਆਂ ਗੱਲਾਂ ਕਹਿ ਰਹੇ ਆ। ਤੁਸੀਂ ਕੀ ਕਹੋਗੇ ਉਹਨਾਂ ਨੂੰ? ਜਿਹੜੇ ਖਾਸ ਰਹੇ ਹੈ ਉਹਨਾਂ ਨੂੰ ਤਾਂ ਕੈਪਟਨ ਸਾਹਿਬ ਦਾ ਪਤਾ ਹੈ, ਵਾਏ ਕਹਿਣਾ ਨਹੀਂ ਨਾ ਚਾਹੀਦਾ। ਜਿੱਦਾਂ ਦੀਆਂ ਬੋਲ ਬਾਣੀਆਂ ਅੱਜ ਕੱਲ੍ਹ ਯੂਜ਼ ਕਰ ਰਹੇ ਆ ਲੋਕ ਕਿ ਇੱਕ ਮਰਿਆਦਾ ਭੁੱਲੀ ਜਾ ਰਹੀ ਹੈ ਪੋਲੀਟਿਕਸ ਵਿੱਚ, ਜਿੱਦਾਂ ਦੇ ਵਰਡਸ ਯੂਜ਼ ਕਰਕੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਹਾਨੂੰ ਲੱਗਦਾ ਕਿ ਸਿਆਸਤ ਉਹ ਨਹੀਂ ਰਹੀ? ਮੇਰੇ ਖਿਆਲ ਨਹੀਂ ਰਹੀ ਹੈ। ਪਹਿਲੇ ਸਭ ਆਪਣਾ ਪ੍ਰਚਾਰ ਕਰਦੇ ਸੀਗੇ ਪਰ ਇੱਕ ਦੂਜੇ ਦੇ ਖਿਲਾਫ ਇਸ ਤਰ੍ਹਾਂ ਨਹੀਂ ਜਾਂਦੇ ਸੀਗੇ। ਅੱਜ ਕੱਲ੍ਹ ਤਾਂ ਜੋ ਬੋਲੀ ਜਾਓ, ਸੱਚ ਝੂਠ ਸਭ ਕੁਝ ਹੋ ਹੀ ਜਾਂਦਾ। ਤੁਹਾਡੇ ਮਾਤਾ ਜੀ ਪਰਨੀਤ ਕੌਰ ਜੀ ਉਹ ਕਾਂਗਰਸ MP ਹੈ ਤੇ ਇਧਰੋਂ ਤੁਹਾਡੇ ਪਿਤਾ ਜੀ ਐਂਟੀ ਕਾਂਗਰਸ ਨੇ। ਇਹਦੇ ਨਾਲੋਂ ਕਿਤੇ ਨਾ ਕਿਤੇ ਹਾਰਟ ਰੈਂਚਿੰਗ ਨਹੀਂ ਹੈ? ਜਿਵੇਂ ਸਾਰੀ ਉਮਰ ਇੰਨਾ ਤੁਸੀਂ ਇੱਕੋ ਪਾਰਟੀ ਨੂੰ ਦਿੰਦੇ ਹੋ, ਇੰਨਾ ਐਫਰਟਸ ਲਾਉਂਦੇ ਹੋ ਤੇ ਬਾਅਦ 'ਚ ਐਟ ਦ ਐਂਡ ਆਫ ਦ ਡੇ ਆਹ ਚੀਜ਼ ਹੁੰਦੀ ਹੈ। ਮੇਰੇ ਫਾਦਰ ਬੜੇ ਹਰਟ ਹੋਏ ਔਰ ਸਾਰਾ ਪਰਿਵਾਰ ਹਰਟ ਹੋਇਆ। ਕਈ ਲੋਕ ਐਵੇਂ ਕਹਿ ਰਹੇ ਆ, ਜਦੋਂ ਅਸੀਂ ਜਾ ਕੇ ਲੋਕਾਂ 'ਚ ਵਿਚਰਦੇ ਹਾਂ, ਲੋਕ ਐਂ ਕਹਿੰਦੇ ਆ ਕਿ ਹਾਂ 4.5 ਸਾਲਾਂ ਵਿੱਚ ਕੰਮ ਹੀ ਨਹੀਂ ਹੋਇਆ। ਕਾਂਗਰਸ ਨੇ ਕੰਮ ਕੀਤਾ ਤਾਂ ਸਿਰਫ 111 ਦਿਨਾਂ 'ਚ ਕੰਮ ਕੀਤਾ। 111 ਦਿਨਾਂ 'ਚ ਤਾਂ ਦੇ ਆਰ ਕਲੇਮਿੰਗ ਜੋ ਮੇਰੇ ਫਾਦਰ ਨੇ ਕੀਤਾ ਹੋਇਆ ਸੀ। ਲੱਗਦਾ ਫਿਊਚਰ 'ਚ ਆਉਣ ਵਾਲੇ ਟਾਈਮ 'ਚ ਤੁਸੀਂ ਵੀ ਸਿਆਸਤ 'ਚ ਆ ਸਕਦੇ ਹੋ? ਦੇਖੋ, ਟਾਈਮ ਵਿਲ ਟੈਲ। ਵਿਧਾਨ ਸਭਾ ਪਹੁੰਚਣਗੇ ਕਿਹੜੇ 117 ਉਮੀਦਵਾਰ? ਪੰਜਾਬ ਵਿੱਚ ਕੌਣ ਬਣਾਉਣ ਜਾ ਰਿਹਾ ਹੈ ਨਵੀਂ ਸਰਕਾਰ? ਪਿੰਡ ਦੀ ਸੱਤ ਤੋਂ ਲੈ ਕੇ ਵਿਧਾਨ ਸਭਾ ਤੱਕ ਖਾਵਾਂਗੇ ਮਾਲਵੇ ਦਾ ਹਰ ਰੰਗ। ਦੁਆਬੇ ਤੇ ਵੀ ਰਹੇਗੀ ਸਾਡੀ ਤਿੱਖੀ ਨਜ਼ਰ। ਮਾਝੇ ਦੀ ਸਿਆਸਤ 'ਚ ਕੀ ਰਹੇਗਾ ਖਾਸ? ਸਟੂਡੀਓ ਤੋਂ ਲੈ ਕੇ ਗਰਾਊਂਡ ਜ਼ੀਰੋ ਤੱਕ ਨਿਊਜ਼ ਰੂਮ ਤੋਂ ਰੱਖਾਂਗੇ ਹਰ ਖਬਰ ਤੇ ਨਜ਼ਰ। ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖਤਮ। ਸਿਆਸਤ ਦਾ ਦੱਸਾਂਗੇ ਤੁਹਾਨੂੰ ਪੂਰਾ ਹਾਲ। ਸਭ ਤੋਂ ਪਹਿਲਾਂ ਸਭ ਤੋਂ ਸਟੀਕ। ਮੈਂ ਯਾਦਵਿੰਦਰ ਸਿੰਘ। ਮੈਂ ਹਾਂ ਗਗਨਦੀਪ ਸਿੰਘ। ਮੈਂ ਹਾਂ ਵਿਕਰਮ ਸਿੰਘ। ਮੈਂ ਹਾਂ ਸ਼ੁਭਕਰਮਨ ਧਾਲੀਵਾਲ। ਮੈਂ ਹਾਂ ਸਿਮਰਨਜੀਤ ਸਿੰਘ। ਮੈਂ ਹਾਂ ਮਨਦੀਪ ਕੌਰ ਸੰਧੂ। ਮੈਂ ਹਾਂ ਕਰਨ ਹਾਂਡਾ। ਮੈਂ ਹਾਂ ਮਨਦੀਪ ਜੋਤ ਸਿੰਘ। ਮੈਂ ਹਾਂ ਸੀਰਤ ਸੰਧੂ। ਅਸੀਂ ਟੀਵੀ ਮੀਡੀਆ ਦੀ ਸਭ ਤੋਂ ਬੈਸਟ ਟੀਮ ਨਾਲ ਚੋਣਾਂ ਦੀ ਸਭ ਤੋਂ ਅਹਿਮ ਕਵਰੇਜ 20 ਫਰਵਰੀ ਨੂੰ ਲੈ ਕੇ ਆਵਾਂਗੇ। ਜੁੜੇ ਰਹੋ ਦਿਨ ਭਰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ TV। ਮੈਂ ਤੁਹਾਡੇ ਨਾਲ ਸੀਰਤ ਸੰਧੂ। ਅੱਜ ਦੀ ਇੰਟਰਵਿਊ ਖਾਸ ਇਸ ਲਈ ਹੈ ਕਿਉਂਕਿ ਅੱਜ ਜਿਹੜੀ ਸ਼ਖਸੀਅਤ ਤੁਹਾਡੇ ਰੂਬਰੂ ਕਰਾਉਣ ਲੱਗੇ ਆ ਉਹ ਕੈਮਰਾ ਦੇ ਅੱਗੇ ਜ਼ਿਆਦਾ ਨਹੀਂ ਆਉਂਦੇ। ਵੈਸੇ ਤਾਂ ਹਰ ਇੱਕ ਧੀ ਲਈ ਉਹਨਾਂ ਦਾ ਬਾਪ ਰਾਜੇ ਵਰਗਾ ਹੁੰਦਾ ਹੈ, ਪਰ ਅੱਜ ਸਾਡੇ ਨਾਲ ਸੱਚਮੁੱਚ ਮਹਾਰਾਜਾ ਮਹਾਰਾਣੀ ਦੀ ਧੀ ਜੈਇੰਦਰ ਕੌਰ ਜੀ ਸਾਡੇ ਨਾਲ ਨੇ। ਗੱਲਬਾਤ ਕਰਦੇ ਹਾਂ। ਮੈਮ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਮ ਸਭ ਤੋਂ ਪਹਿਲਾਂ ਤਾਂ ਪੁੱਛਣਾ ਚਾਹੁੰਦੀ ਹਾਂ, ਕੈਂਪੇਨ ਕਰ ਰਹੇ ਹੋ, ਕਿਵੇਂ ਚੱਲ ਰਿਹਾ ਹੈ? ਬੜਾ ਵਧੀਆ ਚੱਲ ਰਿਹਾ ਜੀ ਔਰ ਸਾਡਾ ਤਾਂ ਪ੍ਰਚਾਰ ਮਹੀਨੇ ਤੋਂ ਉੱਪਰ ਹੋ ਗਿਆ ਚੱਲ ਰਿਹਾ ਹੈ। ਡੋਰ ਟੂ ਡੋਰ ਮੀਟਿੰਗਸ ਸਭ ਚੱਲ ਰਹੀਆਂ। ਪਹਿਲਾਂ ਕਾਂਗਰਸ ਵੇਲੇ ਵੀ ਕਰਦੇ ਸੀ ਪ੍ਰਚਾਰ ਜਾਂ ਹੁਣ ਜਦੋਂ ਪੰਜਾਬ ਲੋਕ ਕਾਂਗਰਸ ਆ ਗਈ ਹੈ ਹੁਣ ਹੀ ਕਰਨਾ ਸਟਾਰਟ ਕੀਤਾ? ਨਹੀਂ, ਮੈਂ ਹਮੇਸ਼ਾ ਆ ਕੇ ਆਪਣੇ ਪੇਰੈਂਟਸ ਦੀ ਹੈਲਪ ਕਰਦੀ ਹਾਂ ਹੁਣ ਡਿਊਰਿੰਗ ਇਲੈਕਸ਼ਨ ਟਾਈਮ। ਬਟ ਇਸ ਟਾਈਮ ਮੈਂ ਜਦੋਂ ਕੈਪਟਨ ਸਾਹਿਬ CM ਸੀਗੇ, ਜਿਹੜੇ ਪ੍ਰੋਮਿਸਿਸ ਕੀਤੇ ਸੀ ਪਟਿਆਲਾ ਵਾਸੀਆਂ ਨਾਲ ਉਹ ਫੁੱਲਫਿਲ ਕਰਨ ਲਈ ਮੈਂ 3 ਸਾਲ ਇੱਥੇ ਹੀ ਰਹੀ ਹਾਂ ਪਟਿਆਲੇ, ਦੇਖਣ ਲਈ ਕਿ ਸਾਡੇ ਕੰਮ ਹੋਣ। ਤੁਸੀਂ ਬਹੁਤ ਕੁਆਇਟ ਰਹੇ ਹੋ ਯੂਜੂਲੀ, ਕਦੇ ਅੱਗੇ ਨਹੀਂ ਆਏ ਹੋ, ਕਿਉਂ? ਉਹ ਤਾਂ ਆਈ ਥਿੰਕ ਮੇਰੀ ਨੇਚਰ ਹੈ। ਬਟ ਨਹੀਂ, ਮੈਂ ਹੁਣ ਸਾਰਾ ਪਟਿਆਲਾ ਘੁੰਮਿਆ 3 ਸਾਲ। ਆਈ ਓਨਲੀ ਸਟੇਡ ਇਨ ਪਟਿਆਲਾ ਔਰ ਡਿਵੈਲਪਮੈਂਟ ਸੇ ਕੰਮ ਦੇਖੇ ਨੇ। ਕੈਪਟਨ ਸਾਹਿਬ ਬੜੇ ਇੱਕ ਦਿੱਗਜ ਲੀਡਰ ਰਹੇ ਹੈ, ਸਿਆਸਤ ਨੂੰ ਉਹਨਾਂ ਦੀ ਬੜੀ ਵੱਡੀ ਦੇਣ ਰਹੀ ਹੈ। ਪਰ ਜੋ ਕਾਂਗਰਸ ਦੌਰਾਨ ਪਿਛਲੇ 5 ਸਾਲਾਂ ਵਿੱਚ ਜੋ ਚੀਜ਼ਾਂ ਹੋਈਆਂ, ਤੁਸੀਂ ਉਹਨਾਂ ਨੂੰ ਕਿਵੇਂ ਦੇਖਦੇ ਹੋ? ਇਹ ਜਿਹੜੇ 4.5 ਸਾਲ ਵੈਨ ਕੈਪਟਨ ਸਾਹਿਬ CM ਸੀਗੇ ਤੇ ਡਿਊਰਿੰਗ ਦੈਟ ਟਾਈਮ ਵਿਕਾਸ ਹੋਇਆ ਸਾਰੇ ਕਿਤੇ ਐਂਡ
ਕੈਪਟਨ ਸਾਹਿਬ ਨੇ ਜਦੋਂ ਕਮਾਂਡ ਸਾਂਭੀ ਸੀ ਉਦੋਂ ਪੈਸਾ ਇੱਕ ਨਹੀਂ ਸੀ ਟ੍ਰੈਜਰੀ ਵਿੱਚ। ਪਤਾ ਨਹੀਂ ਕਿਵੇਂ 4.5 ਸਾਲ ਉਹਨਾਂ ਨੇ ਸਰਕਾਰ ਚਲਾਈ, ਕਿੱਥੋਂ ਜਨਰੇਸ਼ਨ ਕੀਤਾ, ਕਿਵੇਂ ਕੀਤਾ, ਕਿਉਂਕਿ ਸਾਰੇ ਪੰਜਾਬ ਵਿੱਚ ਪੈਸੇ ਭੇਜੇ ਹਰੇਕ ਕੰਸਟੀਟਿਊਂਸੀ 'ਚ ਡਿਵੈਲਪਮੈਂਟ ਵਾਸਤੇ। ਔਰ ਸਾਡੇ ਇੱਥੇ ਪਟਿਆਲੇ ਵੀ ਆਏ ਸੀ। ਜਿਵੇਂ ਤੁਸੀਂ ਕਹਿ ਰਹੇ ਹੋ ਟ੍ਰੈਜਰੀ ਵਿੱਚ ਕੋਈ ਪੈਸੇ ਨਹੀਂ ਸੀਗੇ, ਉਹਨਾਂ ਨੇ ਆਪਣੇ ਵੱਲੋਂ ਹੀ ਹੈਡ ਟੂ ਗਿਵ ਸਮ ਆਫ ਹਿਸ ਓਨ ਅਮਾਉਂਟ ਟੂ ਦ ਪੀਪਲ। ਨੋ ਹੀ ਜਨਰੇਟਡ ਇਟ, ਜਿਵੇਂ ਕੀਤਾ ਡਿਪਾਰਟਮੈਂਟਸ ਤੋਂ ਜਿਵੇਂ ਵੀ ਹੁੰਦਾ ਹੈਗਾ ਪੰਜਾਬ ਵਾਸਤੇ, ਔਰ ਭੇਜਿਆ ਸੀਗਾ ਪੈਸਾ। ਜਿਵੇਂ ਉਹਨਾਂ ਦੇ ਬੜੇ ਖਾਸ ਲੋਕ ਰਹੇ ਆ ਤੇ ਉਹੀ ਖਿਲਾਫ ਹੋ ਗਏ ਆ ਤੇ ਉਹਨਾਂ ਬਾਰੇ ਬੜੀਆਂ ਗੱਲਾਂ ਕਹਿ ਰਹੇ ਆ, ਤੁਸੀਂ ਕੀ ਕਹੋਗੇ ਉਹਨਾਂ ਨੂੰ? ਦੇਖੋ ਜੀ, ਗੱਲਾਂ ਤਾਂ ਸਭ ਕਰਦੇ ਨੇ, ਬਟ ਜਿਹੜੇ ਖਾਸ ਰਹੇ ਹੈ ਉਹਨਾਂ ਨੂੰ ਤਾਂ ਕੈਪਟਨ ਸਾਹਿਬ ਦਾ ਪਤਾ ਹੈ। ਵਾਏ ਕਹਿਣਾ ਨਹੀਂ ਨਾ ਚਾਹੀਦਾ, ਗਲਤ ਗੱਲਾਂ ਨਹੀਂ ਕਹਿਣੀਆਂ ਚਾਹੀਦੀਆਂ। ਮੈਮ ਜਿੱਦਾਂ ਦੀਆਂ ਬੋਲ ਬਾਣੀਆਂ ਅੱਜ ਕੱਲ੍ਹ ਯੂਜ਼ ਕਰ ਰਹੇ ਆ ਲੋਕ ਕਿ ਇੱਕ ਮਰਿਆਦਾ ਭੁੱਲੀ ਜਾ ਰਹੀ ਹੈ ਪੋਲੀਟਿਕਸ ਵਿੱਚ, ਜਿੱਦਾਂ ਦੇ ਵਰਡਸ ਯੂਜ਼ ਕਰਕੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਹਾਨੂੰ ਲੱਗਦਾ ਕਿ ਸਿਆਸਤ ਉਹ ਨਹੀਂ ਰਹੀ ਜਿਵੇਂ ਕਿ ਤੁਹਾਡੀ ਅਪਬ੍ਰਿੰਗਿੰਗ ਵੀ ਪੋਲੀਟੀਕਲੀ ਤੁਸੀਂ ਉੱਦਾਂ ਦੇ ਰਹੇ ਹੋ, ਹੈ ਨਾ? ਆਪ ਨਹੀਂ ਕਦੇ ਆਏ ਪਰ ਫਿਰ ਵੀ ਤੁਹਾਡੀ ਲੈਗੇਸੀ ਉੱਦਾਂ ਦੀ ਹੈ। ਤੁਹਾਨੂੰ ਲੱਗਦਾ ਕਿ ਉਹ ਚੀਜ਼ਾਂ ਨਹੀਂ ਰਹੀਆਂ ਪਹਿਲਾਂ ਵਾਲੇ ਦਿਨਾਂ 'ਚ ਸੀ ਜੋ? ਆਈ ਥਿੰਕ ਮੇਰੇ ਖਿਆਲ ਨਹੀਂ ਰਹੀਆਂ। ਪਹਿਲੇ ਸਭ ਆਪਣਾ ਪ੍ਰਚਾਰ ਕਰਦੇ ਸੀਗੇ ਪਰ ਇੱਕ ਦੂਜੇ ਦੇ ਖਿਲਾਫ ਇਸ ਤਰ੍ਹਾਂ ਨਹੀਂ ਜਾਂਦੇ ਸੀਗੇ। ਅੱਜ ਕੱਲ੍ਹ ਤਾਂ ਜੋ ਬੋਲੀ ਜਾਓ, ਸੱਚ ਝੂਠ ਸਭ ਕੁਝ ਹੋ ਹੀ ਜਾਂਦਾ। ਤੁਹਾਨੂੰ ਲੱਗਦਾ ਹੈ ਬਦਲਾਅ ਆਊਗਾ ਆਉਣ ਵਾਲੇ ਟਾਈਮ 'ਚ? ਕੀ ਹੋਊਗਾ, ਤੁਹਾਨੂੰ ਕੀ ਲੱਗਦਾ? ਦੇਖੋ ਇਹ ਤਾਂ ਹੁਣ ਪੋਲੀਟਿਕਸ, ਆਈ ਕਾਂਟ ਸੇ ਕੈਸੇ ਆਊਗਾ ਬਦਲਾਵ, ਕਿਵੇਂ ਹੋਏਗਾ, ਬਟ ਰਾਈਟ ਨਾਓ ਪੰਜਾਬ ਵਾਸਤੇ ਤਾਂ ਆਈ ਥਿੰਕ ਸਟੇਬਲ ਗਵਰਨਮੈਂਟ ਚਾਹੀਦੀ ਹੈ। ਔਰ ਉਹ ਕੈਪਟਨ ਸਾਹਿਬ ਔਰ ਬੀਜੇਪੀ ਦੀ ਗਵਰਨਮੈਂਟ ਜਿਹੜੀ ਹੈਗੀ ਹੈ, ਸਾਡਾ ਗਠਬੰਧਨ ਹੋਇਆ ਹੋਏਗਾ ਢੀਂਡਸਾ ਸਾਹਿਬ ਨਾਲ, ਇਹੀ ਸਟੇਬਲ ਗਵਰਨਮੈਂਟ ਦੇ ਸਕਦੇ ਨੇ। ਜਿਵੇਂ ਤੁਹਾਡੇ ਮਾਤਾ ਜੀ ਪਰਨੀਤ ਕੌਰ ਜੀ ਉਹ ਕਾਂਗਰਸ ਐਮਪੀ ਹੈ ਤੇ ਇਧਰੋਂ ਤੁਹਾਡੇ ਪਿਤਾ ਜੀ ਐਂਟੀ ਕਾਂਗਰਸ ਨੇ, ਕਿਹਦੇ ਨਾਲੋਂ? ਮੈਂ ਤਾਂ ਦੋਨਾਂ ਨਾਲ ਹੈ ਐਂਡ ਮੇਰੇ ਮਦਰ ਫੈਮਿਲੀ ਨਾਲ ਹੈ ਫਸਟ। ਮਤਲਬ ਉਹ ਫਿਰ ਵੀ ਕਾਂਗਰਸ ਤੋਂ ਇੱਧਰ ਉੱਧਰ ਹੋ ਸਕਦੇ ਆ, ਤੁਹਾਨੂੰ ਲੱਗਦਾ? ਨਹੀਂ, ਕਿਤੇ ਨਹੀਂ ਜਾ ਰਹੇ, ਬਟ ਫੈਮਿਲੀ ਤਾਂ ਫੈਮਿਲੀ ਹੁੰਦੀ ਹੈ ਜੀ। ਕਿੰਨਾ ਤੁਹਾਨੂੰ ਕੀ ਤੋਂ ਜ਼ਿਆਦਾ ਪਿਆਰ ਮਿਲਦਾ? ਜਿਵੇਂ ਤੁਸੀਂ ਕਿਹਾ ਮੈਂ ਦੋਨਾਂ ਨਾਲ ਹੀ ਹਾਂ। ਦੋਨਾਂ ਤੋਂ ਬੜਾ ਪਿਆਰ ਮਿਲਦਾ ਹੈ ਮੈਨੂੰ, ਐਂਡ ਹਮੇਸ਼ਾ ਮਿਲਿਆ ਹੈ। ਇੱਕ ਬਾਬਲ ਦੀ ਕੋਈ ਇਹੋ ਜਿਹੀ ਗੱਲ ਦੱਸੋ ਜੋ ਸਿਰਫ ਧੀ ਜਾਣਦੀ ਹੈ, ਲੋਕ ਨਹੀਂ ਜਾਣਦੇ। ਮੈਂ ਦੇਖੋ, ਮੇਰੀ ਤਾਂ ਬੈਸਟ ਮੈਮਰੀਜ਼ ਚਾਈਲਡਹੁੱਡ ਦੀਆਂ ਨੇ। ਬੜਾ ਖੁਸ਼ ਚਾਈਲਡਹੁੱਡ ਸੀਗਾ ਸਾਡਾ। ਸਾਰੀਆਂ ਛੁੱਟੀਆਂ ਮੇਰੇ ਪੇਰੈਂਟਸ ਸਾਨੂੰ ਪਹਾੜ ਲੈ ਕੇ ਜਾਂਦੇ ਸੀ ਔਰ ਮੇਰੇ ਫਾਦਰ ਕੁੱਕ ਕਰਦੇ ਸੀ ਪਿਕਨਿਕਸ 'ਤੇ। ਉਹ ਬੜੇ ਅੱਛੇ ਟਾਈਮ ਸੀਗੇ ਸਾਡੇ। ਹੁਣ ਵੀ ਕਰਦੇ ਆ ਕਦੇ ਕੋਈ ਟਾਈਮ ਮਿਲਦਾ ਉਹਨਾਂ ਨੂੰ? ਹਾਂ, ਜਦੋਂ ਟਾਈਮ ਲੱਗ ਜਾਏ ਤਾਂ ਇੰਜੋਏ ਕਰਦੇ ਨੇ ਕੁਕਿੰਗ। ਲੱਗਦੇ ਹੱਥ ਆਪਣੇ ਮਾਤਾ ਜੀ ਦੀ ਵੀ ਕੋਈ ਇਦਾਂ ਦੀ ਗੱਲ ਦੱਸ ਦਿਓ ਜੋ ਸਿਰਫ ਧੀ ਜਾਣਦੀ ਹੈ ਤੇ ਲੋਕ ਨਹੀਂ ਜਾਣਦੇ। ਮੇਰੇ ਮਦਰ ਬੜਾ ਸੋਸ਼ਲ ਵਰਕ ਕਰਦੇ ਨੇ। ਸੋਸ਼ਲ ਵਰਕ ਕਰਦੇ ਕੀ ਚੀਜ਼ਾਂ ਵਿੱਚ ਇਨਵੋਲਵ ਨੇ ਉਹ? ਜਦੋਂ ਸ਼ਾਦੀ ਹੋ ਕੇ ਆਏ ਸੀਗੇ ਇੱਥੇ, ਉਹਨਾਂ ਨੇ ਰੈੱਡ ਕਰਾਸ ਨਾਲ ਕੰਮ ਸ਼ੁਰੂ ਕੀਤਾ ਔਰ ਇੱਥੇ ਜਿਹੜਾ ਆਪਣਾ ਸਰਬਤ ਦਾ ਭਲਾ ਦਾ ਚੈਰੀਟੇਬਲ ਹੁਣ ਉਹਨਾਂ ਨੇ ਟੇਕ ਓਵਰ ਕਰ ਲਿਆ। ਜਿਹੜੇ ਬੱਚਿਆਂ ਦੇ ਮੈਂਟਲੀ ਚੈਲੰਜ ਬੱਚੇ, ਉਹਨਾਂ ਵਾਸਤੇ ਉਦੋਂ ਨਵਜੀਵਨੀ ਸ਼ੁਰੂ ਕੀਤੀ ਸੀ ਮੇਰੇ ਮਦਰ ਔਰ ਕੁਛ ਹੋਰ ਲੇਡੀਜ਼ ਨੇ ਪਟਿਆਲੇ ਦੇ। ਔਰ ਸਾਰੇ ਲੋਕ ਇਨੀ ਜਿਹਨਾਂ ਪ੍ਰੋਬਲਮ ਹੋਏ ਬੱਚਿਆਂ ਨਾਲ, ਉਹ ਆਪਣੇ ਬੱਚੇ ਉੱਥੇ ਲੈ ਕੇ ਜਾਂਦੇ ਸੀਗੇ ਐਂਡ ਉਹ ਪਹਿਲਾ ਇਹੋ ਜਿਹਾ ਇੰਸਟੀਟਿਊਸ਼ਨ ਸੀਗਾ ਪਟਿਆਲੇ ਵਿੱਚ। ਤੇ ਤੁਸੀਂ ਵੀ ਸੋਸ਼ਲੀ ਇਨਵੋਲਵਡ ਹੋ ਇਦਾਂ ਦੇ ਐਕਟੀਵਿਟੀਜ਼ 'ਚ? ਹਾਂਜੀ, ਆਈ ਹੈਵ ਬੀਨ ਇਨ ਦਿੱਲੀ। ਮੇਰੇ ਇੱਕ ਫਰੈਂਡ ਦੇ ਕੀ ਕਹਿੰਦੇ ਹੈਗੇ ਮਦਰ ਇਨ ਲਾਅ ਦਾ ਸਕੂਲ ਸੀਗਾ ਆਲਸੋ ਫॉर ਮੈਂਟਲੀ ਚੈਲੰਜ ਚਿਲਡਰਨ। ਮੈਂ ਉੱਥੇ ਜਾ ਕੇ ਹੈਲਪ ਕਰਦੀ ਸੀ। ਤੁਸੀਂ ਜਿਵੇਂ ਕਾਂਗਰਸ ਨਾਲ ਆਲਮੋਸਟ ਹੈ ਨਾ ਬਹੁਤ ਟਾਈਮ ਇਨਵੋਲਵਡ ਰਹੇ ਹੋ, ਪੰਜਾ ਹਮੇਸ਼ਾ ਨਾਲ ਰਿਹਾ, ਹਾਕੀ ਨੂੰ ਐਕਸੈਪਟ ਕਰਦੇ ਕਿਤੇ ਔਖਾ ਨਹੀਂ ਲੱਗਿਆ? ਨਹੀਂ, ਦੇਖੋ ਜਿਵੇਂ ਕਾਂਗਰਸ ਨੇ ਮੇਰੇ ਫਾਦਰ ਨਾਲ ਕੀਤਾ
could have been done in a different way. तो जे न ਜਦੋਂ ਉਹਨਾਂ ਨੇ ਡਿਸਾਈਡ ਕੀਤਾ ਮੈਂ ਤਾਂ ਲੜੂੰਗਾ ਆਪਣੀ ਪਾਰਟੀ ਫਾਰਮ ਕਰਕੇ ਅਸੀਂ ਨਾਲ ਲੱਗ ਗਏ ਜੋ ਫੈਮਿਲੀ ਆਪਣੀ ਫੈਮਿਲੀ ਹੁੰਦੀ ਹੈ ਔਰ ਹੁਣ ਪ੍ਰਚਾਰ ਹਾਕੀ ਦਾ ਕਰ ਰਹੇ ਹਾਂ ਕੈਪਟਨ ਸਾਹਿਬ ਵਾਸਤੇ ਔਰ ਅੱਛਾ ਰਿਸਪੌਂਸ ਮਿਲ ਰਿਹਾ ਸਾਨੂੰ ਕਿਤੇ ਨਾ ਕਿਤੇ ਹਾਰਟ ਰੈਂਚਿੰਗ ਨਹੀਂ ਹੈ ਜਿਵੇਂ ਸਾਰੀ ਉਮਰ ਇੰਨਾ ਤੁਸੀਂ ਇੱਕੋ ਪਾਰਟੀ ਨੂੰ ਦਿੰਦੇ ਹੋ ਇੰਨਾ ਐਫਰਟਸ ਲਾਉਂਦੇ ਹੋ ਤੇ ਬਾਅਦ ਚ ਐਟ ਦਾ ਐਂਡ ਆਫ ਦਾ ਡੇ ਆਹ ਚੀਜ਼ ਹੁੰਦੀ ਹੈ ਬਿਲਕੁਲ ਜੀ ਮੈਨੂੰ ਮੇਰੇ ਆਈ ਨੋ ਮੇਰੇ ਫਾਦਰ ਬੜੇ ਹਰਟ ਹੋਏ ਔਰ ਸਾਰਾ ਪਰਿਵਾਰ ਹਰਟ ਹੋਇਆ ਕਿ ਇਸ ਤਰ੍ਹਾਂ ਓਵਰਨਾਈਟ ਤੁਸੀਂ ਕਰ ਰਹੇ ਹੋ ਔਰ ਹੀ ਹੈਡ ਸੈਡ ਅਰਲੀਅਰ ਓਨਲੀ 3 months earlier if this ਤੁਸੀਂ ਇਸ ਤਰ੍ਹਾਂ ਕਰਨਾ ਚਾਹੁੰਦੇ ਹੋ ਤਾਂ ਸਿੱਧੂ ਆਈ ਕਾਂਟ ਵਰਕ ਵਿਦ ਮਿਸਟਰ ਸਿੱਧੂ ਸੋ ਦੇ ਸੈਡ ਨਹੀਂ ਹੀ ਸੈਡ ਮੇਰਾ ਰੈਜ਼ਿਗਨੇਸ਼ਨ ਲੈ ਲਓ ਕਹਿੰਦੇ ਨਹੀਂ ਅਸੀਂ ਤੁਸੀਂ ਚੱਲੋਗੇ ਯੂ ਜੋ ਵਰਕ ਹੀਲ ਵਰਕ ਵਿਦ ਯੂ ਐਂਡ ਫਿਰ ਓਵਰਨਾਈਟ ਤੁਸੀਂ CLP ਮੀਟਿੰਗ ਬੁਲਾ ਲਓ ਵਿਦਆਊਟ ਦ ਲੀਡਰ ਨੋਇੰਗ ਤਾਂ ਫਿਰ ਹੀ ਜਸਟ ਗੇਵ ਹਿਸ ਰੈਜ਼ਿਗਨੇਸ਼ਨ ਹੀ ਸੈਜ਼ ਹੁਣ ਤੁਸੀਂ ਮੈਨੂੰ ਇਸ ਤਰ੍ਹਾਂ ਟਰੀਟ ਕਰ ਰਹੇ ਹੋ ਤਾਂ ਉਹਨਾਂ ਨੇ ਪਹਿਲਾਂ ਹੀ ਕਹਿਤਾ ਸੀ ਕਿ ਜਦੋਂ ਜੇ ਸਿੱਧੂ ਜੀ ਆਉਣਗੇ ਤਾਂ ਮੈਂ ਨਹੀਂ ਕੰਮ ਕਰਨਾ ਨਹੀਂ ਉਹਨਾਂ ਨੇ ਪਹਿਲਾਂ ਹੀ ਸੈਜ਼ ਮੈਂ ਇਹਨਾਂ ਨਾਲ ਨਹੀਂ ਕੰਮ ਕਰ ਸਕਦਾ ਮੈਂ ਇਹਨਾਂ ਨੂੰ ਜਾਣਦਾ ਹੈਗਾ ਹੀ ਇਜ਼ ਨੋਨ ਮਿਸਟਰ ਸਿੱਧੂ ਫॉर ਅ ਵੈਰੀ ਲੌਂਗ ਟਾਈਮ ਸੋ ਬਟ ਦੇ ਸੈਡ ਨਹੀਂ ਸੋ ਹੀ ਸੈਡ ਓਕੇ ਟਰਾਈ ਕਰਦੇ ਹਾਂ ਪਰ ਉਹ ਫਿਰ ਮੈਨੂੰ ਹੁਣ ਆਈ ਕਾਂਟ ਟੈਲ ਯੂ ਦ ਇੰਟਰਨਲ ਸਟਫ ਆਫ ਦ ਹਾਈ ਕਮਾਂਡ ਜੋ ਉਹਨਾਂ ਨੇ ਕਿਉਂ ਕੀਤਾ ਮੈਮ ਜਿਵੇਂ ਹੁਣ ਪੰਜਾਬ ਲੋਕ ਕਾਂਗਰਸ ਅਲੱਗ ਤੋਂ ਪਾਰਟੀ ਬਣਾ ਲਈ ਹੈ ਸਰ ਨੇ ਤੇ ਕਾਂਗਰਸ ਵਾਲੇ ਕਿਤੇ ਨਾ ਕਿਤੇ ਲੋਕਾਂ ਦੇ ਮਨ ਵਿੱਚ ਐ ਨਹੀਂ ਕਿ ਹਾਂ ਅਸੀਂ ਇੱਧਰ ਜਾਈਏ ਜਾਂ ਉੱਧਰ ਜਾਈਏ ਜਾਂ ਤੁਹਾਨੂੰ ਲੱਗਦਾ ਕੈਪਟਨ ਸਾਹਿਬ ਨੂੰ ਓਨੀ ਸਪੋਰਟ ਮਿਲੂਗੀ ਜਿੰਨੀ ਕਾਂਗਰਸ 'ਚ ਸੀਗੀ ਦੇਖੋ ਜਿੱਥੇ ਵੀ ਮੈਂ ਜਾ ਰਹੀ ਹਾਂ ਸਾਰੇ ਕਹਿੰਦੇ ਨੇ ਅਸੀਂ ਤਾਂ ਕੈਪਟਨ ਸਾਹਿਬ ਨਾਲ ਹੈ ਅਸੀਂ ਕਿਸੇ ਪਾਰਟੀ ਨਾਲ ਨਹੀਂ ਸੀਗੇ ਅਸੀਂ ਕੈਪਟਨ ਸਾਹਿਬ ਨਾਲ ਹੈ ਦੈਟ ਇਜ਼ ਤੇ ਕਈ ਲੋਕ ਐਂ ਵੀ ਕਹਿ ਰਹੇ ਆ ਜਦੋਂ ਅਸੀਂ ਜਾ ਕੇ ਲੋਕਾਂ 'ਚ ਵਿਚਰਦੇ ਆ ਲੋਕ ਐਂ ਕਹਿੰਦੇ ਆ ਕਿ ਹਾਂ 4.5 ਸਾਲਾਂ ਵਿੱਚ ਕੰਮ ਹੀ ਨਹੀਂ ਹੋਇਆ ਕਾਂਗਰਸ ਨੇ ਕੰਮ ਕੀਤਾ ਤਾਂ ਸਿਰਫ 111 ਦਿਨਾਂ 'ਚ ਕੰਮ ਕੀਤਾ ਦੇਖੋ ਜੀ ਇਹ ਜਿਹੜਾ ਹੈਗਾ ਇਹ ਸਾਡੇ ਵਿਰੋਧੀ ਫੈਲਾ ਰਹੇ ਨੇ ਪਟਿਆਲੇ ਵਾਲੇ ਜਿਹੜੇ ਪਟਿਆਲੇ 'ਚ ਰਹਿੰਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਕਿਹੜੇ ਕੰਮ ਹੋਏ ਨੇ ਕਿਹੜੇ ਕੰਮ ਨਹੀਂ ਹੋਏ ਸਭ ਜਾਣ ਉਹਨਾਂ ਦੀ ਜੇ ਗਲੀਆਂ ਬਣੀਆਂ ਉਹਨਾਂ ਦੇ ਜੇ ਬਾਕੀ ਕੰਮ ਹੋਏ ਨੇ ਸਭ ਦਿਖਦਾ ਹੀ ਹੈਗਾ ਔਰ ਸਾਰੇ ਪੰਜਾਬ 'ਚ ਜਿਹੜੇ ਵੀ ਡਿਸੀਜਨਸ ਲਏ ਗਏ ਨੇ 4.5 years 'ਚ ਹੁਣ ਜਿਹੜੇ ਕਲੇਮ ਕਰ ਰਹੇ ਨੇ ਉਹ ਡੇਟਾ ਲਿਖੀਆਂ ਹੋਈਆਂ ਜਿਹੜਾ ਬਿੱਲ ਕਿਸ ਦਿਨ ਪਾਸ ਹੋਇਆ ਸੀ ਕੀ ਕੁਝ ਕਿਸ ਦਿਨ ਸੋ ਲੋਕਾਂ ਨੂੰ ਇਸ ਤਰ੍ਹਾਂ ਗੁੰਮਰਾਹ ਕਰਨਾ ਤਾਂ ਲੋਕ ਵੀ ਸਮਝਦਾਰ ਹੈ ਮੈਮ ਪਰ ਇਹ ਚੀਜ਼ਾਂ ਫਿਰ ਅੱਗੇ ਹੋ ਕੇ ਕੋਈ ਬੋਲ ਕਿਉਂ ਨਹੀਂ ਰਿਹਾ ਇੱਧਰ ਕੁਆਇਟ ਕਿਉਂ ਹੈ ਅੱਗੇ ਚੀਜ਼ਾਂ ਆ ਹੀ ਨਹੀਂ ਰਹੀਆਂ ਕਾਂਗਰਸ ਤਾਂ ਇੱਕੋ ਚੀਜ਼ ਤੇ ਕਿ ਹਾਂ 111 ਦਿਨਾਂ ਤੇ ਕਿਤੇ ਬੋਲ ਰਹੇ ਹੈ 111 ਦਿਨਾਂ 'ਚ ਤਾਂ ਦੇ ਆਰ ਕਲੇਮਿੰਗ ਜੋ ਮੇਰੇ ਫਾਦਰ ਨੇ ਕੀਤਾ ਹੋਇਆ ਸੀਗਾ ਜੇ ਤੁਹਾਡੇ ਬ੍ਰਦਰ ਦੀ ਗੱਲ ਕਰੀਏ ਅੱਜ ਤੋਂ 10-12 ਸਾਲ ਪਹਿਲਾਂ ਉਹ ਪੋਲੀਟੀਕਲੀ ਐਕਟਿਵ ਹੋਏ ਸੀਗੇ ਬਾਅਦ ਚ ਹੀ ਜਸਟ ਵੈਂਟ ਸੋ ਕੁਆਇਟ ਤੁਹਾਨੂੰ ਲੱਗਦਾ ਹੁਣ ਤੁਸੀਂ ਵੀ ਐਕਟਿਵ ਹੋਏ ਹੋ ਬਾਅਦ 'ਚ ਤੁਸੀਂ ਵੀ ਕਿਤੇ ਬਿਲਕੁਲ ਨਾ ਕੁਆਇਟ ਨਾ ਹੋ ਜਾਓ ਥੋੜੇ ਦਿਨਾਂ ਤੱਕ ਨਹੀਂ ਜੀ ਮੈਂ 3 ਸਾਲ ਇੱਥੇ ਕੱਟੇ ਪਟਿਆਲੇ ਮੈਂ 5 ਸਾਲ ਵੀ ਇੱਥੇ ਹੀ ਹਾਂ ਔਰ ਆਈ ਐਮ ਗੋਇੰਗ ਟੂ ਬੀ ਮੈਂ ਤਾਂ ਗਲੀਆਂ ਸਾਰੇ ਕਿਤੇ ਘੁੰਮਦੀ ਹਾਂ ਔਰ ਮੈਂ ਕੰਮ ਅਜੇ ਕਾਫੀ ਕਰਵਾਣੇ ਨੇ ਸੋ ਮੈਂ ਕਿਤੇ ਨਹੀਂ ਜਾ ਰਹੀ ਲੱਗਦਾ ਫਿਊਚਰ 'ਚ ਆਉਣ ਵਾਲੇ ਟਾਈਮ 'ਚ ਤੁਸੀਂ ਵੀ ਸਿਆਸਤ 'ਚ ਆ ਸਕਦੇ ਹੋ ਦੇਖੋ ਟਾਈਮ ਵਿਲ ਟੈਲ ਲੋਕ ਕਹਿੰਦੇ ਆ ਕਿ ਮੈਮ ਤੁਸੀਂ ਆ ਜਾਓ ਜੋ ਦੇਖੋ ਕੀ ਹੁੰਦਾ ਕਿੱਦਾਂ ਦੇ ਮੁੱਦੇ ਲੈ ਕੇ ਜਾ ਰਹੇ ਹੋ ਲੋਕਾਂ 'ਚ ਕੀ ਕਹਿੰਦੇ ਹੋ ਲੋਕਾਂ ਨੂੰ ਅਸੀਂ ਤਾਂ ਲੋਕਾਂ ਨੂੰ ਕਹਿ ਰਹੇ ਹਾਂ ਜੋ ਆਪਣੇ ਸਾਡੇ ਕੰਮ ਹੋਏ ਨੇ ਔਰ ਸਾਰਿਆਂ ਨੂੰ ਪਤਾ ਹੈ ਜਿਹੜੇ ਪਟਿਆਲੇ ਦੇ ਕੰਮ ਹੋਏ ਨੇ ਔਰ ਫॉर द ਬੈਟਰਮੈਂਟ ਸਟੇਬਲ ਸਰਕਾਰ ਹੋਣੀ ਚਾਹੀਦੀ ਹੈ ਲੋਕ ਕੀ ਮੰਗਦੇ ਆ ਕੁਝ ਐਦਾਂ ਦਾ ਇਨਸਟੈਂਸ ਸ਼ੇਅਰ ਕਰੋ ਜੋ ਤੁਸੀਂ ਕੈਂਪੇਨ ਕਰ ਰਹੇ ਹੋ ਕੋਈ ਅਲੱਗ ਜੀ ਚੀਜ਼ ਹੋਈ ਹੋਵੇ ਤੁਹਾਡੇ ਨਾਲ ਜੋ ਦਿਮਾਗ 'ਚ ਹੋਵੇ ਤਾਂ ਇੱਕ ਅਸੀਂ 2 ਦਿਨ ਹੋਏ ਮੈਂ ਕੈਂਪ ਮੀਟਿੰਗ ਲਈ ਜਾ ਰਹੀ ਸੀ ਇਨ ਦ ਸਿਟੀ ਔਰ ਗੱਡੀ ਪਾਰਕ ਕਰਕੇ ਤੁਰਨ ਲੱਗੀ ਤਾਂ ਇੱਕ ਬੱਚਾ ਆਇਆ ਭੱਜਦਾ ਮੇਰੇ ਲੰਘਿਆ ਮੇਰੇ ਕੋਲੋਂ ਫਿਰ ਇੱਕਦਮ ਰੁਕ ਕੇ ਟਰਨ ਕੀਤਾ ਮੇਰੇ ਵੱਲ ਦੇਖ ਕੇ ਕਹਿੰਦਾ ਉਹ ਆ ਗਈ ਹਾਕੀ ਸੋ ਥੀਸ ਕਾਈਂਡ ਆਫ ਥਿੰਗਸ ਆਲਸੋ ਹੈਪਨ ਹਾਂਜੀ ਚਲੋ ਇਹ ਵੀ ਤਾਂ ਲੋਕਾਂ ਦਾ ਹੁੰਗਾਰਾ ਮਿਲ ਰਿਹਾ ਲੋਕ ਸਪੋਰਟ ਕਰ ਰਹੇ ਆ ਬਿਲਕੁਲ ਬਿਲਕੁਲ ਤੇ ਬੀਜੇਪੀ ਕਰਕੇ ਕੁਝ ਐਦਾਂ ਦਾ ਤਾਂ ਨਹੀਂ ਫੇਸ ਕਰਨਾ ਪੈ ਰਿਹਾ ਕਿ ਹਾਂ ਬੀਜੇਪੀ ਨਾਲ ਗੱਠਜੋੜ ਹੋ ਗਿਆ ਨਹੀਂ ਇੱਥੇ ਨਹੀਂ ਬਿਲਕੁਲ ਨਹੀਂ
ਕਿੰਨਾ ਟਾਈਮ ਦੇ ਪਾ ਰਹੇ ਹੋ ਪਰਸਨਲ ਲਾਈਫ ਨੂੰ? ਇਹ ਮੈਂ 20 ਦੇ ਬਾਅਦ ਥੋੜੀ ਲਾਈਫ ਤੇ ਮਾਈ ਹਸਬੈਂਡ ਇਜ਼ ਆਲਸੋ ਕੈਂਪੇਨਿੰਗ ਹਾਂਜੀ and but I miss my grandchildren. तो आफ्टर द कैंपेनिंग मैं दिल्ली जाऊंगी थोड़े दिनों ਲਈ ਫਿਰ ਵਾਪਸ ਆ ਜਾਊਂਗੀ। ਗੱਲ ਹੁੰਦੀ ਹੈ ਉਹਨਾਂ ਨਾਲ, ਗੱਲ ਕਰਦੇ ਆ? ਹਾਂ ਮੈਂ ਕਰਦੀ ਹਾਂ। ਕੀ ਕਹਿੰਦੇ ਆ ਕਿ ਆ ਜਾਓ ਜਾਂ ਕੀ ਗੱਲ ਹੁੰਦੀ ਹੈ? ਲਾਸਟ ਟਾਈਮ ਕਦੋਂ ਗੱਲ ਹੋਈ ਸੀ ਤੁਹਾਡੀ? 3-4 ਦਿਨ ਹੋ ਗਏ। My elder granddaughter was starting her first day of school after corona. ਹਾਂਜੀ So ਪਹਿਲੀ ਵਾਰੀ ਸਕੂਲ ਜਾ ਰਹੀ ਸੀ। So ਉਸ ਦੇ ਬਾਰੇ ਗੱਲ ਕੀਤੀ ਅਸੀਂ। ਤਾਂ ਕੀ ਲੱਗਦਾ ਫਿਰ ਜੇ ਇਸ ਵਾਰ ਆਉਂਦੇ ਹੋ ਤਾਂ ਕਿੰਨੀਆਂ ਸੀਟਸ ਲੈ ਜਾਓਗੇ? ਇਹ ਵੀ ਟਾਈਮ ਵਿਲ ਟੈਲ ਬਟ ਆਈ ਥਿੰਕ ਹਵਾ ਬਣ ਰਹੀ ਹੈ ਚੰਗੀ ਔਰ ਪੋਜੀਸ਼ਨ ਚੰਗੀ ਹੋਣੀ ਚਾਹੀਦੀ ਹੈ। ਸਾਡੇ ਦਰਸ਼ਕਾਂ ਨੂੰ ਕੋਈ ਸੁਨੇਹਾ ਦੇਣਾ ਚਾਹੋ? ਬਸ ਮੈਂ ਤਾਂ ਇੰਨਾ ਕਹਿਣਾ ਚਾਹੁੰਦੀ ਹਾਂ ਜੀ ਕਿ ਪਲੀਜ਼ ਕੈਪਟਨ ਅਮਰਿੰਦਰ ਸਿੰਘ ਦੀ PLC ਔਰ ਭਾਜਪਾ ਨੂੰ ਜਿਤਾਓ, ਮੋਦੀ ਸਾਹਿਬ ਨੂੰ, ਦੈਟ ਆਪਣਾ ਪੰਜਾਬ ਤੇ ਕੰਮ ਹੋਣ ਔਰ ਸਾਡਾ ਪੰਜਾਬ ਡੈਟ ਫ੍ਰੀ ਹੋ ਜਾਏ। ਥੈਂਕ ਯੂ ਮੈਮ, ਥੈਂਕ ਯੂ। ਤੇ ਇਹ ਸੀਗੇ ਸਾਡੇ ਨਾਲ ਜੈਇੰਦਰ ਜੀ। ਇਹਨਾਂ ਦਾ ਕਹਿਣਾ ਹੈ ਕਿ ਸਾਡੀ ਸਰਕਾਰ ਨੂੰ ਲੈ ਕੇ ਆਓ ਤਾਂ ਕਿ ਅਸੀਂ ਪੰਜਾਬ ਨੂੰ ਬਚਾ ਸਕੀਏ। ਬਾਕੀ ਆਉਣ ਵਾਲੇ ਟਾਈਮ 'ਚ ਦੇਖਦੇ ਹਾਂ ਲੋਕ ਕੀ ਹੁੰਗਾਰਾ ਭਰਦੇ ਆ ਤੇ ਕਿਹਨੂੰ ਅੱਗੇ ਲੈ ਕੇ ਆਉਂਦੇ ਆ। ਕੈਮਰਾਮੈਨ ਮਨਪ੍ਰੀਤ ਦੇ ਨਾਲ ਸੀਰਤ ਸੰਧੂ, ਸਤਿ ਸ਼੍ਰੀ ਅਕਾਲ। ਵਿਧਾਨ ਸਭਾ ਪਹੁੰਚਣਗੇ ਕਿਹੜੇ 117 ਉਮੀਦਵਾਰ? ਪੰਜਾਬ ਵਿੱਚ ਕੌਣ ਬਣਾਉਣ ਜਾ ਰਿਹਾ ਹੈ ਨਵੀਂ ਸਰਕਾਰ? ਪਿੰਡ ਦੀ ਸੱਤ ਤੋਂ ਲੈ ਕੇ ਵਿਧਾਨ ਸਭਾ ਤੱਕ ਖਾਵਾਂਗੇ ਮਾਲਵੇ ਦਾ ਹਰ ਰੰਗ। ਦੁਆਬੇ ਤੇ ਵੀ ਰਹੇਗੀ ਸਾਡੀ ਤਿੱਖੀ ਨਜ਼ਰ। ਮਾਝੇ ਦੀ ਸਿਆਸਤ 'ਚ ਕੀ ਰਹੇਗਾ ਖਾਸ? ਸਟੂਡੀਓ ਤੋਂ ਲੈ ਕੇ ਗਰਾਊਂਡ ਜ਼ੀਰੋ ਤੱਕ ਨਿਊਜ਼ ਰੂਮ ਤੋਂ ਰੱਖਾਂਗੇ ਹਰ ਖਬਰ ਤੇ ਨਜ਼ਰ। ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖਤਮ। ਸਿਆਸਤ ਦਾ ਦੱਸਾਂਗੇ ਤੁਹਾਨੂੰ ਪੂਰਾ ਹਾਲ। ਸਭ ਤੋਂ ਪਹਿਲਾਂ ਸਭ ਤੋਂ ਸਟੀਕ ਮੈਂ ਯਾਦਵਿੰਦਰ ਸਿੰਘ। ਮੈਂ ਹਾਂ ਗਗਨਦੀਪ ਸਿੰਘ। ਮੈਂ ਹਾਂ ਵਿਕਰਮ ਸਿੰਘ। ਮੈਂ ਹਾਂ ਸ਼ੁਭਕਰਮਨ ਧਾਲੀਵਾਲ। ਮੈਂ ਹਾਂ ਸਿਮਰਨਜੀਤ ਸਿੰਘ। ਮੈਂ ਹਾਂ ਮਨਦੀਪ ਕੌਰ ਸੰਧੂ। ਮੈਂ ਹਾਂ ਕਰਨ ਹਾਂਡਾ। ਮੈਂ ਹਾਂ ਮਨਦੀਪ ਜੋਤ ਸਿੰਘ। ਮੈਂ ਹਾਂ ਸੀਰਤ ਸੰਧੂ। ਅਸੀਂ ਟੀਵੀ ਮੀਡੀਆ ਦੀ ਸਭ ਤੋਂ ਬੈਸਟ ਟੀਮ ਨਾਲ ਚੋਣਾਂ ਦੀ ਸਭ ਤੋਂ ਅਹਿਮ ਕਵਰੇਜ 20 ਫਰਵਰੀ ਨੂੰ ਲੈ ਕੇ ਆਵਾਂਗੇ। ਜੁੜੇ ਰਹੋ ਦਿਨ ਭਰ